ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਰੰਗ ਪੰਜਾਬ ਦੇ ਤੇ ਅੱਜ ਇਸ ਪ੍ਰੋਗਰਾਮ ਦੇ ਸਿਲਸਿਲੇ ਵਿੱਚ ਮੈਂ ਹੋਇਆ ਸਰਹੰਦ ਦਾ ਜਦੋਂ ਵੀ ਇਸ ਸ਼ਹਿਰ ਦਾ ਜ਼ਿਕਰ ਆਉਂਦਾ ਤਾਂ ਸਭ ਤੋਂ ਪਹਿਲਾਂ ਸਿੱਖ ਤਵਾਰੀਖ ਸਿੱਖ ਇਤਿਹਾਸ ਦਾ ਜੋ ਇਤਿਹਾਸ ਹੈ ਉਹ ਜ਼ਹਿਨ ਵਿੱਚ ਆ ਜਾਂਦਾ। ਸ਼੍ਰੀ ਫਤਿਹਗੜ੍ਹ ਸਾਹਿਬ ਉਹ ਧਰਤੀ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ। ਸੋ ਸਿੱਖ ਇਤਿਹਾਸ ਦੇ ਵਿੱਚ ਇਹ ਥਾਂ ਬੜੀ ਮਾਇਨੇ ਰੱਖਦੀ ਹੈ ਕਿਉਂਕਿ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਦੋਂ ਸਰਹੰਦ ਨੂੰ ਫਤਿਹ ਕੀਤਾ ਜਾਂਦਾ ਤਾਂ ਖਾਲਸਾ ਰਾਜ ਦਾ ਕਿਹਾ ਜਾਵੇ ਜੋ ਤਾਮੀਰ ਉੱਥੋਂ ਸ਼ੁਰੂ ਹੁੰਦੀ ਹੈ। ਸੋ ਸਿੱਖਾਂ ਦੀਆਂ ਕਾਫੀ ਭਾਵਨਾਵਾਂ ਸਿੱਖ ਇਤਿਹਾਸ ਕਾਫੀ ਜ਼ਿਆਦਾ ਇਸ ਸ਼ਹਿਰ ਦੇ ਨਾਲ ਜਿਹੜਾ ਜੁੜਿਆ ਹੋਇਆ। ਸਰਹੰਦ ਆਮ ਲੋਕਾਂ ਦੇ ਖਿਆਲ ਨਾਲੋਂ ਬਹੁਤ ਪੁਰਾਣਾ ਸ਼ਹਿਰ ਹੈ। ਅਨੁਮਾਨ ਅਨੁਸਾਰ ਇਹ ਮੀਲਾਂ ਤੱਕ ਫੈਲਿਆ ਹੋਇਆ ਤੇ ਇਸ ਦੀਆਂ ਢੱਠੀਆਂ ਇਮਾਰਤਾਂ ਤੇ ਥੇਹਾਂ ਇਸ ਦਾ ਸਬੂਤ ਨੇ। ਸਿੱਖਾਂ ਦੇ ਵਿੱਚ ਇਸ ਨੂੰ ਗੁਰੂ ਮਾਰੀ ਧਰਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਕਿ ਫਿਰੋਜ਼ ਸ਼ਾਹ ਤੁਗਲਕ ਨੇ ਇਸ ਨਗਰ ਨੂੰ ਸਮਾਣੇ ਦੀ ਹਕੂਮਤ ਤੋਂ ਅਲੱਗ ਕਰਕੇ ਅਲੱਗ ਪਰਗਣਾ ਥਾਪਿਆ ਸੀ। ਮੁਗਲ ਰਾਜ ਦੇ ਸਮੇਂ ਇਹ ਕਾਫੀ ਧਨੀ ਸ਼ਹਿਰ ਸੀ। ਇਸ ਦੇ ਅਧੀਨ 28 ਪਰਗਨੇ ਸਨ। ਪੋਹ ਸੰਮਤ 1761 ਨੂੰ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਵਜ਼ੀਰ ਖਾਂ ਸੂਬੇ ਨੇ ਕਤਲ ਕਰਵਾ ਦਿੱਤਾ ਸੀ, ਜਿਨ੍ਹਾਂ ਦੇ ਵਿਜੋਗ ਵਿੱਚ ਮਾਤਾ ਗੁਜਰ ਕੌਰ ਜੀ ਵੀ ਦੇਹ ਤਿਆਗ ਗਏ। ਬੰਦਾ ਬਹਾਦਰ ਨੇ 1 ਜੇਠ ਸੰਮਤ 1767 ਨੂੰ ਸਰਹੰਦ ਨੂੰ ਫਤਿਹ ਕੀਤਾ ਅਤੇ ਵਜ਼ੀਰ ਖਾਂ ਨੂੰ ਮਾਰ ਮੁਕਾਇਆ। ਸੰਮਤ 1820 ਵਿੱਚ ਖਾਲਸਾ ਦਲ ਨੇ ਹਾਕਮ ਜੈਨ ਖਾਂ ਨੂੰ ਮਾਰ ਕੇ ਸਰਹੰਦ ਵਿੱਚ ਗੁਰੂ ਘਰਾਂ ਦਾ ਨਿਰਮਾਣ ਕਰਵਾਇਆ। ਸਰਹੰਦ ਦੇ ਵਿੱਚ ਸ਼ਹੀਦਗੰਜ 3 ਗੁਰਦੁਆਰੇ ਨੇ। ਇੱਕ ਥਾਂ ਉਹ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗ ਵੇਲੇ ਹੋਏ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ। ਦੂਜਾ ਗੁਰਦੁਆਰਾ ਸਾਹਿਬ ਜਿੱਥੇ ਜਥੇਦਾਰ ਸੁੱਖਾ ਸਿੰਘ ਜੀ ਜੈਨ ਖਾਂ ਨੂੰ ਫਤਿਹ ਕਰਨ ਵੇਲੇ ਸ਼ਹੀਦ ਹੋਏ ਸਨ। ਤੀਜਾ ਜਥੇਦਾਰ ਮੱਲਾ ਸਿੰਘ ਜੈਨ ਖਾਂ ਨੂੰ ਫਤਿਹ ਕਰਨ ਵੇਲੇ ਸ਼ਹੀਦ ਹੋਏ। ਜੋਤੀ ਸਰੂਪ ਗੁਰੂ ਘਰ ਜਿਸ ਥਾਂ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਹੋਇਆ। ਥੜਾ ਸਾਹਿਬ ਇਸ ਥਾਂ ਉੱਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਥੋੜਾ ਸਮਾਂ ਵਿਰਾਜੇ ਸਨ। ਫਤਿਹਗੜ੍ਹ ਸਾਹਿਬ ਇਹ ਉਹ ਥਾਂ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। 13 ਪੋਹ ਨੂੰ ਇੱਥੇ ਭਾਰੀ ਸਭਾ ਹੁੰਦੀ ਹੈ। ਇਹ ਸਥਾਨ ਰੇਲਵੇ ਸਟੇਸ਼ਨ ਸਰਹੰਦ ਤੋਂ ਕਰੀਬ 1.5 ਮੀਲ ਦੂਰ ਹੈ। ਠੰਡਾ ਬੁਰਜ ਇਹ ਉਹ ਥਾਂ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਨਜ਼ਰਬੰਦ ਕੀਤਾ ਗਿਆ ਸੀ ਅਤੇ ਮਾਤਾ ਗੁਜਰ ਕੌਰ ਜੀ ਜੋਤੀ ਜੋਤ ਸਮਾਏ ਸਨ। ਵਿਵਾਨਗੜ੍ਹ ਇਹ ਉਹ ਥਾਂ ਹੈ ਜਿੱਥੇ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੇ ਸਰੀਰ ਫਤਿਹਗੜ੍ਹੋਂ ਲਿਆ ਕੇ ਸਿੱਖਾਂ ਨੇ ਰਾਤ ਰੱਖੇ ਸਨ ਅਤੇ ਅਗਲੇ ਦਿਨ ਇਸ਼ਨਾਨ ਕਰਵਾ ਕੇ ਸੰਸਕਾਰ ਲਈ ਜੋਤੀ ਸਰੂਪ ਗੁਰੂ ਘਰ ਲੈ ਗਏ ਸਨ। ਕਈਆਂ ਦਾ ਤਾਂ ਇਹ ਵਿਚਾਰ ਹੈ ਕਿ ਇਸ ਦਾ ਨਾਮ ਸਰਹਿੰਦ ਮੁਸਲਮਾਨਾਂ ਦੇ ਵੇਲੇ ਤੋਂ ਇਸ ਲਈ ਪਿਆ ਕਿ ਹਿੰਦੁਸਤਾਨ ਦੇ ਸਿਰ ਉੱਤੇ ਸਰਹਿੰਦ ਉੱਤਰ ਵੱਲ ਆਖਰੀ ਸ਼ਹਿਰ ਹੈ, ਪਰ ਇਹ ਗੱਲ ਠੀਕ ਨਹੀਂ। ਇਹ ਸਥਾਨ ਮੁਸਲਮਾਨਾਂ ਤੋਂ ਵੀ ਬਹੁਤ ਪੁਰਾਣਾ ਹੈ ਅਤੇ ਇਸ ਦਾ ਮੁੱਢ ਪ੍ਰਾਚੀਨ ਆਰੀਆ ਦੇ ਸਮੇਂ ਤੱਕ ਜ਼ਰੂਰ ਪੁੱਜਦਾ ਹੈ। ਹੋ ਸਕਦਾ ਹੈ ਕਿ ਇਹ ਸ਼ਹਿਰ ਉਹਨਾਂ ਤੋਂ ਵੀ ਜ਼ਿਆਦਾ ਪੁਰਾਣਾ ਹੋਵੇ। ਹੁਣ ਤੱਕ ਦੇ ਗਿਆਨ ਅਨੁਸਾਰ ਅਤੇ ਕਨਿੰਗਮ ਅਨੁਸਾਰ ਇਸ ਦਾ ਪਹਿਲਾ ਜ਼ਿਕਰ ਪ੍ਰਾਸ਼ਰ ਸੰਹਿਤਾ ਵਿੱਚ ਆਉਂਦਾ ਹੈ, ਜਿੱਥੋਂ ਲੈ ਕੇ ਵਰਾ ਮਿਹਰ ਨੇ ਆਪਣੀ ਬ੍ਰਹਮ ਸੰਹਿਤਾ ਵਿੱਚ ਇਸ ਦਾ ਵਰਣਨ ਕੀਤਾ। ਉਦੋਂ ਇਹ ਸਰਹਿੰਦ ਸ਼ਹਿਰ ਸਤੁਰਦਰ ਦੇਸ਼ ਦਾ ਮੁੱਖ ਅਸਥਾਨ ਹੁੰਦਾ ਸੀ ਅਤੇ ਇੱਥੇ ਸਰਿੰਦ ਨਾਉ ਦੀ ਆਰੀਆ ਜਾਤੀ ਦੇ ਲੋਕ ਵਸਦੇ ਸਨ। ਸਰਹਿੰਦ ਲੋਕਾਂ ਦੇ ਨਾਂ ਉੱਤੇ ਹੀ ਇਸ ਦੇ ਮੁੱਖ ਸ਼ਹਿਰ ਦਾ ਨਾਂ ਸਰਹੰਦ ਪਿਆ। ਸਤੁਤਰ ਦੇਸ਼ ਵਿੱਚ ਵਿਸ਼ਾਲ ਇਲਾਕਾ ਹੁੰਦਾ ਸੀ ਜਿਸ ਦੇ ਉੱਤਰ ਵੱਲ ਸਤਲੁਜ ਦਰਿਆ ਸੀ, ਜੋ ਕੁੱਲੂ ਦੀਆਂ ਪਹਾੜੀਆਂ ਦੇ ਦੱਖਣ ਤੋਂ ਆਰੰਭ ਹੋ ਕੇ ਤਿਹਾੜੇ ਤੱਕ ਲੁਧਿਆਣੇ ਦੇ ਲਹਿੰਦੇ ਨੂੰ ਹੱਦ ਬਣਾਉਂਦਾ ਸੀ। ਦੱਖਣ ਨੂੰ ਸਰਸਵਤੀ ਅਤੇ ਘੱਗਰ ਦੇ ਵਿਚਕਾਰ ਅੰਬਾਲੇ ਤੱਕ ਜਾਂਦਾ ਅਤੇ ਧਨੇਸਰ ਇਸ ਦੀ ਦੱਖਣੀ ਹੱਦ ਉੱਤੇ ਸੀ। ਅਲ ਬਰੂਨੀ ਆਪਣੀ ਪੁਸਤਕ ਅਲ ਹਿੰਦ ਵਿੱਚ ਲਿਖਦਾ ਹੈ ਕਿ ਪਹਿਲੋਂ ਇੱਥੇ ਸੂਰਜਵੰਸ਼ੀ ਰਾਜੇ ਰਾਜ ਕਰਦੇ ਸਨ। ਬਾਅਦ ਦੇ ਹਿੰਦੂ ਸਮੇਂ ਇਹ ਲਾਹੌਰ ਦੇ ਪਾਲ ਰਾਜਿਆਂ ਦਾ ਉੱਘਾ ਸਰਹੱਦੀ ਸ਼ਹਿਰ ਹੁੰਦਾ ਸੀ ਅਤੇ ਉਹਨਾਂ ਦੀ ਦੱਖਣੀ ਹੱਦ ਧਨੇਸਰ ਤੋਂ ਦੱਖਣ ਤੱਕ ਸੀ। ਸੰਨ 1011 ਵਿੱਚ ਗਜਨੀ ਦੇ ਮਹਿਮੂਦ ਦਾ ਧਿਆਨ ਪਹਿਲੀ ਵਾਰ ਇੱਧਰ ਹੋਇਆ।
ਅਤੇ ਉਸਨੇ ਇਸ ਨੂੰ ਲੁੱਟ-ਪੁੱਟ ਕੇ ਤਬਾਹ ਕਰ ਦਿੱਤਾ। ਧਾਨੇਸਰ ਦੇ ਮੰਦਰਾਂ ਤੇ ਸ਼ਹਿਰਾਂ ਨੂੰ ਵੀ ਨਿਸਤੋ ਨਾਬੂਦ ਕਰ ਦਿੱਤਾ। ਪਰ ਹਿੰਦੂਆਂ ਦਾ ਰਾਜ ਇੱਥੇ ਗੌਰੀਆਂ ਦੇ ਵੇਲੇ ਖਤਮ ਹੋਇਆ, ਜਦ ਕਿ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ 1193 ਵਿੱਚ ਫੜ ਕੇ ਕਤਲ ਕਰਵਾ ਦਿੱਤਾ। ਨਸੀਰੁਦੀਨ ਮਹਿਮੂਦ, ਜਿਸ ਦਾ ਸਮਾਂ 1246 ਤੋਂ 1266 ਤੱਕ ਦਾ ਸੀ, ਦੇ ਵੇਲੇ ਬਲਬਨ ਦੇ ਭਤੀਜੇ ਸ਼ੇਰ ਖਾਨ ਨੇ ਸਰਹੰਦ ਵਿੱਚ ਇੱਕ ਤਕੜਾ ਕਿਲਾ ਬਣਵਾਇਆ ਤਾਂ ਕਿ ਵੇਲੇ ਸਿਰ ਮੁਗਲਾਂ ਦਾ ਟਾਕਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਬਹਿਲੋਲ ਲੋਧੀ ਪੱਕਾ ਸਰਹੰਦੀ ਸੀ। ਉਹ ਇੱਥੇ ਹੀ ਪਲਿਆ ਵੜਿਆ ਤੇ ਇੱਥੇ ਹੀ ਹਾਕਮ ਬਣਿਆ। ਜਦ ਸਮਾਣੇ ਦੇ ਸੰਤ ਬਿੰਦਰਾਵਨ ਨੇ ਉਸਨੂੰ ਦਿੱਲੀ ਦੀ ਬਾਦਸ਼ਾਹੀ ਦੀ ਅਸੀਸ ਦਿੱਤੀ ਤਾਂ ਉਸਨੇ ਇੱਥੇ ਹੀ ਆਪਣੇ ਪੈਰ ਆਲੇ ਦੁਆਲੇ ਪਸਾਰਨੇ ਸ਼ੁਰੂ ਕੀਤੇ ਅਤੇ ਅੰਤ ਦਿੱਲੀ ਜਾ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਬਾਬਰ ਬਾਦਸ਼ਾਹ ਨੇ ਜਦ 1523 ਈਸਵੀ ਵਿੱਚ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿੱਚ ਹਰਾ ਕੇ ਹਿੰਦੁਸਤਾਨ ਦਾ ਰਾਜ ਸੰਭਾਲ ਲਿਆ ਤਾਂ ਸਰਹੰਦ ਵੀ ਉਸ ਦੇ ਤਹਿਤ ਆ ਗਿਆ। ਅਕਬਰ ਬਾਦਸ਼ਾਹ ਨੂੰ ਸਰਹੰਦ ਸ਼ਹਿਰ ਬਹੁਤ ਚੰਗਾ ਲੱਗਦਾ ਸੀ। ਉਸਨੇ ਇਸ ਦੀ ਪ੍ਰਭੂਸੱਤਾ ਵਧਾਉਣ ਦੇ ਲਈ ਸਮਾਣਾ ਅਤੇ ਸੁਨਾਮ ਦੀ ਸਰਹੱਦ ਵੀ ਸਰਕਾਰ ਦੇ ਅਧੀਨ ਕਰ ਦਿੱਤੇ ਅਤੇ ਸਰਹੰਦ ਦਾ ਸਬੰਧ ਸਿੱਧਾ ਦਿੱਲੀ ਸੂਬੇ ਦੇ ਨਾਲ ਜੁੜ ਗਿਆ। ਜਹਾਂਗੀਰ ਦੇ ਵੇਲੇ ਇੱਥੇ ਸਾਈ ਲੋਕ ਅਤੇ ਵਿਦਵਾਨ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜੱਦਦ ਅਲਸਾਨੀ ਰਹਿੰਦਾ ਸੀ, ਜਿਸ ਦਾ ਰੋਜ਼ਾ ਹੁਣ ਤੱਕ ਹਿੰਦੁਸਤਾਨ, ਪਾਕਿਸਤਾਨ, ਅਫਗਾਨਿਸਤਾਨ ਦੇ ਮੁਸਲਮਾਨ ਖਾਸ ਕਰਕੇ ਨਕਸਬੰਦੀ ਫਿਰਕੇ ਵੱਲੋਂ ਸਤਿਕਾਰਿਆ ਜਾਂਦਾ ਹੈ ਅਤੇ ਹਰ ਸਾਲ ਉੱਥੇ ਮੇਲਾ ਵੀ ਲੱਗਦਾ। 14 ਜਨਵਰੀ ਸੰਨ 1764 ਨੂੰ ਸਿੰਘਾਂ ਨੇ ਜਦੋਂ ਸਰਹੰਦ ਦੇ ਨਵਾਬ ਜੈਨ ਖਾਂ ਨੂੰ ਹਰਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਤਰ੍ਹਾਂ ਸਤਲੁਜ ਦੱਖਣ ਨੂੰ ਪੰਜਾਬ ਦਾ ਸਾਰਾ ਇਲਾਕਾ ਸਿੰਘਾਂ ਦੇ ਕਬਜ਼ੇ ਵਿੱਚ ਆ ਗਿਆ। ਅਗਲੇ ਸਾਲ 16 ਅਪ੍ਰੈਲ ਨੂੰ ਸਿੰਘਾਂ ਨੇ ਲਾਹੌਰ ਵੀ ਫਤਿਹ ਕਰ ਲਿਆ, ਜਿਸ ਨਾਲ ਉੱਤਰੀ ਪੰਜਾਬ ਵਿੱਚ ਵੀ ਉਹਨਾਂ ਦਾ ਬੋਲਬਾਲਾ ਹੋ ਗਿਆ। 700 ਸਾਲ ਪਿੱਛੋਂ ਪੰਜਾਬ ਵਿੱਚ ਮੁੜ ਪੰਜਾਬੀਆਂ ਦਾ ਆਪਣਾ ਰਾਜ ਸੀ। ਸਰਹੰਦ ਦੀ ਫਤਿਹ ਤੋਂ ਬਾਅਦ ਇਸ ਸ਼ਹਿਰ ਨੂੰ ਕੋਈ ਵੀ ਆਪਣੇ ਕਬਜ਼ੇ ਵਿੱਚ ਨਹੀਂ ਸੀ ਲੈਣਾ ਚਾਹੁੰਦਾ, ਕਿਉਂਕਿ ਸਾਹਿਬਜ਼ਾਦਿਆਂ ਦੀ ਹੱਤਿਆ ਦੇ ਕਾਰਨ ਇਸ ਨੂੰ ਮਨਹੂਸ ਸਮਝਿਆ ਜਾਂਦਾ ਸੀ। ਇਸ ਲਈ ਗੁਰਮਤਾ ਕਰਕੇ ਸਿੰਘਾਂ ਨੇ ਸ਼ਹਿਰ ਭਾਈ ਬੁੱਢਾ ਸਿੰਘ ਨੂੰ ਅਰਦਾਸ ਕਰਵਾ ਦਿੱਤਾ ਅਤੇ ਇਸ ਪਾਸੋਂ ਫਿਰ ਪਟਿਆਲੇ ਦੇ ਮਹਾਰਾਜਾ ਬਾਬਾ ਆਲਾ ਸਿੰਘ ਨੇ 25,000 ਰੁਪਏ ਵਿੱਚ ਖਰੀਦ ਲਿਆ। ਪੁਰਾਤਨ ਸਿੱਖ ਹੁਣ ਤੱਕ ਇਸ ਸ਼ਹਿਰ ਨੂੰ ਗੁਰੂਮਾਰੀ ਦੱਸਦੇ ਨੇ। ਸੰਨ 1948 ਵਿੱਚ ਇਹ ਸ਼ਹਿਰ ਪਟਿਆਲਾ ਰਿਆਸਤ ਦੇ ਨਾਲ ਹੀ ਪਟਿਆਲਾ ਯੂਨੀਅਨ ਵਿੱਚ ਚਲਾ ਗਿਆ ਅਤੇ ਸੰਨ 1956 ਵਿੱਚ ਪੰਜਾਬ ਵਿੱਚ ਰਲ ਗਿਆ। ਗੁਰਦੁਆਰਾ ਫਤਿਹਗੜ੍ਹ ਸਾਹਿਬ, ਜੋਤੀ ਸਰੂਪ, ਰੋਜ਼ਾ ਮੁਹੰਮਦ ਅਲਫਸਾਨੀ ਤੋਂ ਇਲਾਵਾ ਹੋਰ ਵੀ ਕਈ ਇਤਿਹਾਸਿਕ ਸਥਾਨ ਇਸ ਸ਼ਹਿਰ ਵਿੱਚ ਨੇ। ਇਸ ਵਕਤ ਜਿਸ ਥਾਂ ਉੱਤੇ ਮੈਂ ਖੜਾ ਇਸ ਨੂੰ ਦੀਵਾਨ ਟੋਡਰਮਲ ਦੀ ਹਵੇਲੀ ਜਾਂ ਜਹਾਜੀ ਹਵੇਲੀ ਦੇ ਨਾਂ ਨਾਲ ਜਾਣਿਆ ਜਾਂਦਾ। ਫਿਲਹਾਲ ਇਹ ਜਗ੍ਹਾ ਕਾਫੀ ਪੁਰਾਤਨ ਹੋਣ ਕਰਕੇ ਇਸ ਵਕਤ ਖੰਡਰ ਵੀ ਬਣੀ ਜਾ ਚੁੱਕੀ ਹੈ, ਭਾਵੇਂ ਹੁਣ SGPC ਦੇ ਵੱਲੋਂ ਇਸ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਟੁੱਟਣ ਤੋਂ ਬਚਾਇਆ ਜਾ ਰਿਹਾ। ਪਰ ਫਿਰ ਵੀ ਜੇਕਰ ਅਸਲ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਬਹੁਤੇ ਸਿਖਾਵੇਂ ਨਹੀਂ। ਜਦੋਂ ਵੀ ਇਤਿਹਾਸ ਦੇ ਵਿੱਚ ਦੀਵਾਨ ਟੋਡਰਮਲ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਵਕਤ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਦੇਹਾਂ ਦਾ ਸੰਸਕਾਰ ਕਰਨ ਦੇ ਲਈ ਦੀਵਾਨ ਟੋਡਰਮਲ ਲੱਗੇ ਆਏ ਸਨ। ਚੌਧਰੀ ਅੱਤੇ ਖਾਂ ਤੋਂ ਜਗ੍ਹਾ ਜਿਹੜੀ ਲਈ ਗਈ ਸੀ ਮੋਹਰਾਂ ਰੱਖ ਕੇ, ਪਰ ਉਸ ਤੋਂ ਬਾਅਦ ਮੁਗਲ ਹਕੂਮਤ ਨੂੰ ਜਦੋਂ ਇਸ ਗੱਲ ਦਾ ਭਿਣਕ ਪੈਂਦੀ ਆ ਤਾਂ ਦੀਵਾਨ ਟੋਡਰਮਲ ਦਾ ਜਿਉਣਾ ਜਿਹੜਾ ਔਖਾ ਹੋ ਜਾਂਦਾ। ਬਾਅਦ ਦੇ ਵਿੱਚ ਉਸ ਦੇ ਜੋ ਹਵੇਲੀ ਸੀ ਉਸ ਨੂੰ ਵੀ ਤਬਾਹ ਕਰ ਦਿੱਤਾ ਜਾਂਦਾ ਅਤੇ ਜਿਸ ਦੇ ਹਾਲਾਤ ਅੱਜ ਆਪਾਂ ਦੇਖ ਸਕਦੇ ਹਾਂ, ਉਸ ਇਤਿਹਾਸ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ। ਤਾਂ ਇਹ ਕਾਫੀ ਇਸ ਨੂੰ ਜਹਾਜੀ ਹਵੇਲੀ ਵੀ ਇਸ ਗੱਲ ਤੋਂ ਕਿਹਾ ਜਾਂਦਾ ਸੀ, ਕਿਉਂਕਿ ਜੋ ਇਸ ਦੀ ਤਾਮੀਰ ਰੱਖੀ ਗਈ ਸੀ, ਜੋ ਇਸ ਨੂੰ ਤਰੀਕੇ ਨਾਲ ਬਣਾਇਆ ਗਿਆ ਸੀ, ਤਾਂ ਇੱਕ ਤਰੀਕੇ ਦੇ ਨਾਲ ਇਹ ਸਮੁੰਦਰੀ ਜਹਾਜ਼ ਸੀ ਉਸ ਸ਼ਕਲ ਦੇ ਵਿੱਚ ਬਣਾਇਆ ਗਿਆ ਸੀ। ਜ਼ਮੀਨ ਦੇ ਵਿੱਚ ਜੋ ਹੁਣ ਖੁਦਾਈ ਕਰਕੇ ਇਸ ਨੂੰ ਸਹੀ ਕੀਤਾ ਗਿਆ ਤਾਂ ਇਸ ਦੇ ਥੱਲੇ ਇੱਕ ਤਰੀਕੇ ਦੀ ਬੇਸਮੈਂਟ ਜਿਹੜੀ ਆਪਾਂ ਕਹਿ ਸਕਦੇ ਹਾਂ ਉਹ ਬਣੀ ਹੋਈ ਹੈ।
ਤੇ ਵੱਖ-ਵੱਖ ਵਿੱਚੋਂ ਕਟਿੰਗਾਂ ਕਿਹੜੀਆਂ ਕੀਤੀਆਂ ਹੋਈਆਂ ਨੇ ਤੇ ਅੰਦਰ ਜਿਹੜਾ ਰਾਹ ਹੈ ਹੋਰ ਤਾਂ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਦੀਵਾਰਾਂ ਕਾਫੀ ਚੌੜੀਆਂ ਦੀਵਾਰਾਂ ਤੇ ਅੰਦਰ ਜਾਣ ਦੇ ਲਈ ਪੌੜੀਆਂ ਵੀ ਬਣਾਈਆਂ ਗਈਆਂ ਨੇ। ਤੇ ਜਦੋਂ ਇਹ ਹਵੇਲੀ ਨੂੰ ਅੰਦਰੋਂ ਦੇਖਦੇ ਹਾਂ ਤਾਂ ਇੱਕ ਤਰੀਕੇ ਦੇ ਨਾਲ ਜਦੋਂ ਉਹ ਵਕਤ ਯਾਦ ਆਉਂਦਾ ਕਿ ਕਿਵੇਂ ਉਹ ਸਲਤਨਤ ਦੇ ਵਿੱਚ ਦੀਵਾਨ ਟੋਡਰਮੱਲ ਵੱਲੋਂ ਸਿੱਖ ਦੀ ਮਦਦ ਕੀਤੀ ਗਈ ਸੀ, ਪਰ ਉਸ ਦੇ ਬਾਅਦ ਮੁਗਲ ਸਲਤਨਤ ਦੇ ਵੱਲੋਂ ਉਹ ਕਿੱਦਾਂ ਬਰਦਾਸ਼ਤ ਕਰ ਸਕਦੀ ਸੀ ਕਿ ਸਿੱਖ ਕੌਮ ਦੇ ਹਤੈਸ਼ੀਆਂ ਨੂੰ ਤੇ ਗੁਰੂ ਘਰ ਦੇ ਜੋ ਸ਼ਰਧਾਲੂ ਇਹਨਾਂ ਨੂੰ ਕਿੱਦਾਂ ਬਖਸ਼ਿਆ ਜਾਵੇ। ਪਰ ਫਿਲਹਾਲ ਹਜੇ ਵੀ ਇਸ ਥਾਂ ਦੇ ਉੱਤੇ ਉਹ ਜੋ ਬਣਦਾ ਮਾਣ ਇਸ ਥਾਂ ਨੂੰ ਮਿਲਣਾ ਚਾਹੀਦਾ ਸੀ ਉਹ ਲੱਗਦਾ ਨਹੀਂ ਮਿਲ ਰਿਹਾ, ਕਿਉਂਕਿ ਹਾਲੇ ਵੀ ਘਰਿੰਡਾਂ ਦੇ ਘਰੀਣੀਆਂ ਦੇ ਖੱਖਰ ਨੇ ਜਿਹੜੇ ਉਹ ਇੱਥੇ ਲੱਗੇ ਹੋਏ ਦਿਸ ਰਹੇ ਨੇ। ਫਿਲਹਾਲ ਇੱਕ ਗੱਲ ਹੋਰ ਵੀ ਇਸ ਜਗ੍ਹਾ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਜੋ ਪੁਰਾਣੀਆਂ ਇਮਾਰਤਾਂ ਨੇ ਇੱਕ ਤਰੀਕੇ ਦੀਆਂ, ਤਾਂ ਜੋ ਸਾਹਮਣੇ ਵਾਲਾ ਹਿੱਸਾ ਆ ਉਹ ਕਾਫੀ ਜ਼ਮੀਨ ਦੇ ਥੱਲੇ ਹੈ, ਇੱਕ ਤਰੀਕੇ ਦੇ ਨਾਲ ਜਿਵੇਂ ਜਹਾਜ਼ ਦੇ ਅੰਦਰ ਜਗ੍ਹਾ ਹੁੰਦੀ ਉਵੇਂ ਬਣਾਇਆ ਗਿਆ। ਤੇ ਇਸ ਜਗ੍ਹਾ ਦੇ ਉੱਤੇ ਜੋ ਹੁਣ ਇੱਟਾਂ ਲੱਗੀਆਂ ਹੋਈਆਂ ਨੇ ਉੱਤੇ ਇਹ ਬਾਅਦ ਵਿੱਚ ਲਗਾਈਆਂ ਗਈਆਂ ਲੱਗਦੀਆਂ ਨੇ, ਕਿਉਂਕਿ ਜੋ ਇਸ ਦਾ ਮੂਹਰਲਾ ਹਿੱਸਾ ਆ ਤੇ ਇਹ ਵਾਲਾ ਹਿੱਸਾ ਆ ਇੰਝ ਲੱਗ ਰਿਹਾ ਕਿ ਇਸ ਦੇ ਥੱਲੇ ਇੱਕ ਤਰੀਕੇ ਦੀ ਬੇਸਮੈਂਟ ਜ਼ਮੀਨ ਦੇ ਅੰਦਰ ਵੀ ਕੁਝ ਹੋਵੇਗਾ। ਸਰਹੰਦ ਦਾ ਕਾਫੀ ਵੱਡਾ ਨਾਂ ਹੈ। ਜਦੋਂ ਵੀ ਆਪਾਂ ਗੁਰੂ ਘਰਾਂ ਦੀ ਗੱਲ ਕਰਦੇ ਹਾਂ ਤਾਂ ਜੋਤੀ ਸਰੂਪ ਗੁਰੂ ਘਰ ਦਾ ਜ਼ਿਕਰ ਆਉਂਦਾ ਤਾਂ ਫਿਰ ਕਹਿੰਦੇ ਵੀ ਇਤਿਹਾਸ ਦੀ ਸਭ ਤੋਂ ਕੀਮਤੀ ਥਾਂ ਉਹ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤਾ ਗਿਆ ਸੀ। ਪਰ ਇਹਦੇ ਵਿੱਚ ਜਦੋਂ ਨਾਂ ਦੀਵਾਨ ਟੋਡਰਮੱਲ ਜੀ ਦਾ ਆਉਂਦਾ ਤਾਂ ਉਹਦੇ ਨਾਲ ਹੋਰ ਇੱਕ ਵੱਖਰਾ ਇਤਿਹਾਸ ਜੁੜਦਾ। ਹੁਣ ਅੱਜ ਕੱਲ੍ਹ ਜੋ ਲੋਕ ਨੇ ਆਪਾਂ ਸਰਹੰਦ ਆਉਂਦੇ ਹਾਂ ਤਾਂ ਉਹ ਜਹਾਜ਼ ਹਵੇਲੀ ਬਣੀ ਹੋਈ ਹੈ ਇੱਥੇ ਉਹਨਾਂ ਦਾ ਜ਼ਿਕਰ ਤਾਂ ਉਹ ਦੇਖਦੇ ਨੇ ਵੀ ਦੇਖੋ ਜੀ ਹੁਣ ਸਰਕਾਰਾਂ ਨੇ ਉਹਦੀ ਕੇਅਰ ਨਹੀਂ ਕਰ ਰਹੀਆਂ। ਪਰ ਜਦੋਂ ਉਹਨੂੰ ਇਤਿਹਾਸ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦੀਵਾਨ ਟੋਡਰਮੱਲ ਦਾ ਪਰਿਵਾਰ ਕਿੱਥੇ ਗਿਆ, ਉਹ ਕੀ ਬਣਿਆ, ਤੇ ਉਹ ਤੋਂ ਬਾਅਦ ਵੀ ਇੱਕ ਹੋਰ ਵੀ ਦੋ ਦੀਵਾਨ ਟੋਡਰਮੱਲ ਹੋਏ ਨੇ, ਇੱਕ ਅਕਬਰ ਬਾਦਸ਼ਾਹ ਦੇ ਸਮੇਂ ਤੇ ਇੱਕ ਜਿਹੜਾ ਹੁਣ ਔਰੰਗਜ਼ੇਬ ਦੇ ਸਮੇਂ ਹੋਇਆ। ਤੇ ਇਹਦੇ ਵਿੱਚ ਕਾਫੀ ਕੰਟਰੋਵਰਸੀਆਂ ਨੇ, ਲੋਕਾਂ ਛਛੋਪੰਜ ਜੀ ਬਣੀ ਹੋਈ ਹੈ। ਕੋਈ ਇੱਕ ਮੈਂ ਪੜ੍ਹ ਰਿਹਾ ਸੀ ਇੱਕ ਦਿਨ ਇਹਦੇ 'ਤੇ ਸਰਚ ਕਰ ਰਹੀ ਸੀ ਜਦੋਂ, ਤਾਂ ਜਦੋਂ ਇੰਟਰਨੈਟ 'ਤੇ ਦੇਖਦੇ ਉੱਥੇ ਕਾਫੀ ਰਿਸੋਰਸਿਸ ਹੁੰਦੇ ਨੇ, ਜਾਣਕਾਰੀ ਸਹੀ ਨਹੀਂ ਹੁੰਦੀ। ਤਾਂ ਉਹਨਾਂ ਨੇ ਇਹ ਕਿਹਾ ਹੈ, ਕਹਿੰਦੇ ਵੀ ਜਿਹੜਾ ਦੀਵਾਨ ਟੋਡਰਮੱਲ ਸੀ ਉਹ ਜੋ ਅਕਬਰ ਬਾਦਸ਼ਾਹ ਦੇ 9 ਰਤਨਾਂ ਦੇ ਵਿੱਚੋਂ ਇੱਕ ਸੀ ਤਾਂ ਉਹਦਾ ਅੱਗੇ ਸੰਤਾਨ ਦਾ ਕੋਈ ਬੰਦਾ ਸੀਗਾ। ਹੁਣ ਦੇਖੋ ਜੇ ਕਿਸੇ ਨੇ ਪੜ੍ਹਨਾ ਤਾਂ ਅਗਲੇ ਨੇ ਉਹਨੂੰ ਸੱਚ ਮੰਨ ਲੈਣਾ, ਪਰ ਜਦੋਂ ਆਪਾਂ ਥੋੜ੍ਹਾ ਕਿਤਾਬਾਂ ਜਾਂਦੇ ਹਾਂ ਤਾਂ ਜ਼ਿਕਰ ਹੋਰ ਆਉਂਦਾ, ਜਿਵੇਂ ਮਹਾਨ ਕੋਸ਼ ਦਾ ਆਪਾਂ ਜ਼ਿਕਰ ਕਰ ਲੈਂਦੇ ਇਹਦੇ ਵਿੱਚ ਹੋਰ ਆ। ਤਾਂ ਤੁਸੀਂ ਇਹ ਕਿਤਾਬ ਦੇ ਵਿੱਚ ਕਿਹੜੀ ਕਿਹੜੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੋਈ ਆ ਉਹਦੇ ਬਾਰੇ ਸਾਨੂੰ ਦੱਸੋ। ਉਹਦੇ ਬਾਰੇ ਇਹ ਵੀ ਕਿ ਉਹ ਸੀ ਹਾਜ਼ਰ ਜਵਾਬ ਬੰਦਾ ਸੀ ਤੇ ਉਹਨੇ ਸ਼ੇਰ ਸ਼ਾਹ ਸੂਰੀ ਦੇ ਵੇਲੇ ਜਿਹੜਾ ਪਹਿਲਾ ਸੀ ਉਹਨੇ ਪਸ਼ਾਵਰ ਤੱਕ, ਕਲਕੱਤੇ ਤੋਂ ਪਸ਼ਾਵਰ ਤੱਕ ਸੜਕ ਬਣਾਈ ਸੀ। ਤੇ ਉਹ ਜਿਹੜਾ ਹੈਗਾ ਸ਼ੇਰ ਸ਼ਾਹ ਸੂਰੀ ਨੂੰ ਦਾ ਅਕਬਰ ਦਾ ਪਥ ਪ੍ਰਦਰਸ਼ਕ ਕਹਿੰਦੇ ਆ ਇਤਿਹਾਸ ਦੇ ਵਿੱਚ। ਪਰ ਦੀਵਾਨ ਟੋਡਰਮੱਲ ਦੀ ਉਹ ਸਾਰੀ ਖੋਜ ਸੀ, ਉਹਨੇ ਸਾਰੀ ਧਰਤੀ ਦਾ ਸਰਵੇ ਵੀ ਕਰਵਾਇਆ। ਤੇ ਇਸ ਕਰਕੇ ਉਹ ਤਾਂ ਬੰਦਾ ਇੱਕ ਇਸ ਕਿਸਮ ਦਾ ਸੀ, ਹਾਜ਼ਰ ਜਵਾਬ ਸੀ, ਚੰਗਾ ਵਿਦਵਾਨ ਸੀ ਤੇ ਯੋਗੀ ਸੀ, ਯੋਗ ਸੀ ਉਹਨੂੰ ਮੌਕੇ ਦੇ ਉੱਤੇ ਸੱਚ ਕਹਿਣ ਵਾਲਾ। ਦੂਸਰੇ ਪਾਸੇ ਇਹ ਜਿਹੜਾ ਸ਼ਾਹਜਹਾਨ ਦੇ ਵੇਲੇ ਹੋਇਆ ਇਹਦੇ ਵਿੱਚ ਯੋਗਤਾ ਇੰਨੀ ਸੀ ਤੇ ਜਦੋਂ ਕੋਈ ਸਮੱਸਿਆ ਦਿੱਲੀ ਦੇ ਬਾਦਸ਼ਾਹ ਨੂੰ ਵੀ ਪੇਸ਼ ਆਉਂਦੀ ਸੀ ਤਾਂ ਉਹ ਇਹਦੇ ਕੋਲ ਆਉਂਦਾ ਸੀ। ਤੇ ਕੋਈ ਅੰਗਰੇਜ਼ ਆਇਆ, ਉਹਨੇ ਆ ਕੇ ਬੇਨਤੀ ਕੀਤੀ ਵੀ ਅਸੀਂ ਪਹਾੜਾਂ 'ਤੇ ਰਹਿਣ ਵਾਲੇ ਲੋਕ ਹਾਂ, ਅਸੀਂ ਉੱਚੀ ਥਾਂ ਦੇ ਉੱਤੇ ਪਹਾੜਾਂ ਦੇ ਉੱਤੇ ਥਾਂ ਲੈਣੀ ਹੈ, ਵੀ ਲੈਣੀ ਵੀ ਬੰਨੂ ਦੇ ਇਲਾਕੇ ਦੇ ਵਿੱਚ ਉੱਚਾ ਪਹਾੜ ਨੇ। ਤਾਂ ਉਹਨੇ ਇਹਨੂੰ ਬੁਲਾਇਆ, ਬੁਲਾ ਕੇ ਪੁੱਛਿਆ, ਇਹ ਕਹਿੰਦਾ ਵੀ ਇੱਥੇ ਤਾਂ ਕਸਤੂਰੀ ਪੈਦਾ ਹੁੰਦੀ ਹੈ ਨਾ ਕੇਸਰ ਪੈਦਾ ਹੁੰਦਾ ਹੈ। ਕੇਸਰ ਇੱਕ ਇਹੋ ਜਿਹੀ ਬੂਟੀ ਆ ਜਿਹੜੀ ਮੋਏ 'ਚ ਜਾਨ ਪਾਉਂਦੀ ਹੈ ਤੇ ਹੱਥਾਂ ਨੂੰ ਮਲ ਕੇ ਸਪੇਰੇ ਸੱਪ ਫੜ ਲੈਂਦੇ ਨੇ, ਉਹ ਡੰਗ ਨਹੀਂ ਮਾਰਦਾ ਤੇ ਇੰਨੀ ਉਹਦੇ 'ਚ ਖੁਸ਼ਬੂ ਹੈ। ਤਾਂ ਇਸ ਕਰਕੇ ਧਰਤੀ ਦੇ ਉੱਤੇ ਬੰਦਿਆਂ ਦੇ ਵਸਣ ਲਈ ਨਹੀਂ, ਇਹਨੂੰ ਕਹਿਣਾ ਇਹੋ ਜਿਹੀਆਂ ਕੀਮਤੀ ਬੂਟੀਆਂ ਲਈ ਰਾਖਵੀਂ ਰੱਖੋ।
ਉਹਨੇ ਫਿਰ ਉਹਨੂੰ ਕਿਹਾ ਵੀ ਇਹ ਨਹੀਂ ਅਸੀਂ ਧਰਤੀ ਵੇਚਣੀ, ਇਹ ਹੈ ਇਹਦੀ ਯੋਗਤਾ। ਅਤੇ ਇਹਦੀ ਯੋਗਤਾ ਦੇ ਲੈ ਕੇ ਇਹਨੂੰ ਵੀ ਰਾਜਾ ਤੱਕ ਦੀ ਪਦਵੀ ਮਿਲੀ। ਇਹਦੀ ਨਿਤਰਕਤਾ ਕਰਕੇ ਹੀ ਇਹਨੂੰ ਫਿਰ ਇਹ ਮਾਣ ਮਿਲਿਆ ਵੀ ਜਿਹੜਾ ਇਹਨੇ ਇੰਨੀ ਮਹਿੰਗੀ ਧਰਤੀ ਲੈ ਕੇ, ਜਿਹਦੇ ਬਾਰੇ ਹੁਣ ਵੀ ਜਦੋਂ ਕੋਈ ਮੁਲਾਜ਼ਮ ਇੱਥੇ ਆਉਂਦਾ DC ਜਾਂ ਹੋਰ ਕੋਈ, ਅਤੇ ਉਹ ਪਹਿਲਾਂ ਯਾਦ ਕਰਦਾ ਵੀ ਲੋਕ ਮੈਨੂੰ ਪੁੱਛਦੇ ਨੇ ਵੀ ਕੀ ਇਹ ਸੱਚ ਹੈ। ਸ਼ੁਰੂਆਤ ਦੇ ਵਿੱਚ ਤੁਹਾਨੂੰ ਸਵਾਲ ਕੀਤਾ ਸੀ ਵੀ ਦੀਵਾਨ ਟੋਡਰਮੱਲ 2 ਦਾ ਜ਼ਿਕਰ ਆਉਂਦਾ। ਹਾਂ ਹੈ ਨਹੀਂ ਬਿਲਕੁਲ। ਅਤੇ ਇਹ ਹੁਣ ਜਿਹੜੀ ਤੁਸੀਂ ਜ਼ਿਕਰ ਗੱਲਬਾਤ ਕੀਤੀ ਹੈ, ਇਹ ਉਹ ਦੀਵਾਨ ਟੋਡਰਮੱਲ ਹੈ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਲਈ ਥਾਂ ਖਰੀਦੀ ਸੀ। ਅਤੇ ਜਿਹੜਾ ਪਹਿਲਾ ਆ ਉਹਦੇ ਬਾਰੇ ਸਾਨੂੰ ਸਾਂਝ ਪਾਓ, ਉਹ ਕੌਣ ਸੀ? ਉਹਦਾ ਨਾਮ ਵੀ ਟੋਡਰਮੱਲ ਸੀ। ਹਾਂ, ਉਹਦਾ ਨਾਮ ਵੀ, ਉਹਦਾ ਸਰਹੰਦ ਨਾਲ ਕੋਈ ਸੰਬੰਧ ਸੀ? ਇਹਦਾ ਕੋਈ ਸੰਬੰਧ ਨਾ ਸੀ। ਉਹਦਾ ਕੋਈ ਸੰਬੰਧ ਨਹੀਂ, ਉਹਦਾ ਕੋਈ ਸੰਬੰਧ ਨਹੀਂ, ਕਿਉਂਕਿ ਸਦੀਆਂ ਦਾ ਫਰਕ ਹੈ ਇਹਨਾਂ ਦਾ, ਹੈ ਨਾ। ਅਤੇ ਇਸ ਕਰਕੇ ਉਹਦਾ ਇਸ ਸਰਹੰਦ ਦੇ ਨਾਲ ਕੋਈ ਸੰਬੰਧ ਨਹੀਂ ਸੀ। ਅਤੇ ਅਕਬਰ ਦਾ ਜ਼ਰੂਰ ਇਹਦੇ 'ਚ ਜ਼ਿਕਰ ਆਉਂਦਾ ਹੈ, ਅਕਬਰ ਇੱਥੇ ਆਉਂਦਾ ਰਿਹਾ, ਪਰ ਦੀਵਾਨ ਟੋਡਰਮੱਲ ਉਹ ਇੱਥੇ ਨਹੀਂ ਆਇਆ ਉਹਦੇ ਨਾਲ। ਇਹ ਤਾਂ ਇੱਥੇ ਨਾਲ ਤਾਂ ਸਿਰਫ ਇਸ ਦੀਵਾਨ ਟੋਡਰਮੱਲ ਦਾ ਜਿਹੜਾ ਜ਼ਿਕਰ ਹੈ, ਜਿਹਨੂੰ ਚੋਪੜਾ ਕਹਿੰਦੇ ਆ। ਠੀਕ ਹੈ। ਫਿਰ ਇਹ ਜਿਹੜੀ ਹਵੇਲੀ ਆ, ਇਹਦੇ ਬਾਰੇ ਸਾਨੂੰ ਦੱਸੋ ਵੀ ਕਿਵੇਂ ਇੱਥੇ, ਕੀ ਇਹ ਢਾਉਣ ਦਾ ਕਾਰਨ ਇਹੀ ਸੀ ਵੀ ਬਾਅਦ ਦੇ ਵਿੱਚ ਜਦੋਂ ਜੰਗਾਂ ਹੋਈਆਂ ਉਦੋਂ ਇਹਨੂੰ ਢਾਹ ਦਿੱਤਾ ਗਿਆ? ਉਹ ਤੋਂ ਬਾਅਦ ਇਹਦਾ ਇਤਿਹਾਸ ਕੀ ਜੁੜਦਾ? ਅਤੇ ਇੱਕ ਪਾਸੇ ਜਿਹੜਾ ਉਹਨਾਂ ਦਾ ਪਰਿਵਾਰ ਆ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿਤਾਬ ਦੇ ਵਿੱਚ, ਮਾਛੋੜਾ ਸਾਹਿਬ ਚਲਾ ਗਿਆ, ਉਹਦੇ ਬਾਰੇ ਸਾਨੂੰ ਥੋੜ੍ਹੀ ਜਾਣਕਾਰੀ ਸਾਂਝੀ ਕਰੋ। ਅਤੇ ਨਾਲ ਦੀ ਨਾਲ ਕੀ ਫਿਰ ਇਹ ਹਵੇਲੀ ਵਿੱਚ ਜਦੋਂ ਦੀਵਾਨ ਟੋਡਰਮੱਲ ਦਾ ਪਰਿਵਾਰ ਇਹਨੂੰ ਛੱਡ ਕੇ ਚਲੇ ਗਿਆ, ਹੋਰ ਕਿਸੇ ਨੇ ਇਹਦੇ ਵਿੱਚ ਰਿਹਾਇਸ਼ ਕੀਤੀ? ਇਹ ਟੁੱਟ ਭੰਨ ਦਾ ਕਾਰਨ, ਵਜ੍ਹਾ ਕੀ ਰਹੀ? ਇਹ ਜਦੋਂ ਉੱਥੇ ਚਲਾ ਗਿਆ, ਇਹਨੂੰ ਪਤਾ ਲੱਗ ਗਿਆ ਵੀ ਹੁਣੇ ਮੈਨੂੰ ਜਿਉਂਦਾ ਨਹੀਂ ਛੱਡੂਗਾ। ਜਿਹੜਾ ਇਹ ਵਜ਼ੀਰ ਖਾਨ ਸੀ ਨਾ, ਜੀ, ਉਹ ਛੱਡ ਕੇ ਇੱਥੋਂ ਚਲਾ ਗਿਆ, ਕਿਉਂਕਿ ਜਦੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਉਹਨਾਂ ਦੀਆਂ ਲਾਸ਼ਾਂ ਢੋਣ ਦੇ ਵਿੱਚ ਵੀ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ, ਅਤੇ ਉਹਨਾਂ ਨੇ ਆਪ ਢੋਈਆਂ ਉੱਥੇ ਤੱਕ। ਇਹ ਉਹ ਸਮਝ ਗਏ ਵੀ ਇਹ ਸਾਡੇ ਦੁਸ਼ਮਣ ਨੇ, ਇੱਥੇ ਦੀ ਪ੍ਰਜਾ ਵੀ ਸਾਡੇ ਹੱਕ 'ਚ ਨਹੀਂ ਬੋਲੀ ਹੈ, ਕਿਉਂਕਿ ਡਰਦੀ ਸੀ ਹਕੂਮਤ ਤੋਂ। ਇਸ ਕਰਕੇ ਉਹਨੇ ਆਪਣੀ ਥਾਂ ਮਾਛੀਵਾੜਾ ਚੁਣੀ। ਮਾਛੀਵਾੜਾ ਇਤਿਹਾਸਕ ਥਾਂ ਹੈ। ਜੈਨ ਖਾਂ ਹੈ ਜਿਹੜਾ, ਉਹ ਵੀ ਇੱਥੇ ਰਹਿੰਦਾ ਰਿਹਾ? ਹਾਂ, ਉਹ ਜਦੋਂ ਉਹਦਾ ਮਾੜੇ ਦੱਸੋ। ਉਹ ਜਦੋਂ ਇੱਥੋਂ ਚਲਿਆ ਗਿਆ ਨਾ ਦੀਵਾਨ ਟੋਡਰਮੱਲ, ਅਤੇ ਇਹ ਲਾਵਾਰਸ ਹੋ ਗਈ, ਪਰ ਸੀ ਤਾਂ ਇੱਕ ਦੀਵਾਨ ਦੀ ਸੀ, ਤਾਂ ਪਰ ਇਹ ਕੋਠੀ ਐਡੀ ਕੀਮਤੀ ਸੀ, ਇਹਨੂੰ ਚਾਂਦੀ ਦਾ ਜਿਹੜੇ ਹੁਣ ਵਰਕ ਲੱਗੇ ਹੋਏ ਸੀ, ਅਤੇ ਦਰਵਾਜ਼ੇ ਇੰਨੇ ਵਧੀਆ ਸੀ। ਕਿਉਂਕਿ ਜਦੋਂ ਇਹ ਲਾਵਾਰਸ ਹੋ ਗਈ, ਉਸ ਵੇਲੇ ਲਾਲਚੀ ਲੋਕ ਸੀ ਜਿਹੜੇ, ਉਹਨਾਂ ਨੇ ਇਹਨਾਂ ਦੇ ਉੱਤੇ ਜੋ ਚਾਂਦੀ ਦੇ ਵਰਕੇ ਲੱਗੇ ਹੋਏ ਸੀ ਉਹ ਪੁੱਟ ਲਏ। ਇਹਨੂੰ ਜਿਹੜੀਆਂ ਕਹਿੰਦਾ ਚੁਗਾਠਾਂ ਸੀ ਵਧੀਆ ਲੱਕੜ ਦੀਆਂ, ਉਹ ਪੱਟ ਕੇ ਘਰਾਂ ਨੂੰ ਲੈ ਗਏ। ਅਤੇ ਇਸੇ ਕਰਕੇ ਇਹ ਜੋ ਕੁਛ ਹੋਇਆ, ਇਹ ਕੋਈ ਇੱਕ ਸਮੇਂ ਨਾਲ ਨਹੀਂ ਹੋਇਆ। ਜਿਉਂ-ਜਿਉਂ ਇਹਦੀ ਹਾਲਤ ਵਿਗੜਦੀ ਗਈ, ਤਿਉਂ-ਤਿਉਂ ਹੇਠਲੀ ਤਹਿ ਤੱਕ ਉਹ ਲੋਕ ਨੇ ਇਹਦੇ ਵਿੱਚੋਂ ਪੱਟ ਕੇ ਲਿਜਾਂਦੇ ਰਹੇ। ਇਹ ਵੀ ਹੋ ਸਕਦਾ ਅਗਲੇ ਕਹਿਣ ਕਿਤੇ ਅੱਗੇ ਤਿਜੋਰੀਆਂ ਤਾਂ ਹੁੰਦੀਆਂ ਨਹੀਂ ਸੀ, ਕੰਧਾਂ ਦੇ ਐਡੀਆਂ ਕੰਧਾਂ, ਉਹਨਾਂ ਦੇ ਵਿੱਚ ਹੀ ਜਿਹੜੀਆਂ ਪੈਸੇ ਛੁਪਾਏ ਜਾਂਦੇ ਸੀਗੇ। ਇਹ ਵੀ ਕੋਈ ਵਜ੍ਹਾ ਹੋ ਸਕਦੀ ਹੈ ਵੀ ਉਹਨਾਂ ਨੇ ਤੋੜ ਕੇ ਕੰਧਾਂ ਤੋੜਤੀਆਂ, ਹੁਣ ਵਿੱਚ ਦੇਖ ਬਸ ਉਹਨਾਂ ਨੇ ਲੱਭਿਆ ਹੋਊਗਾ। ਅਤੇ ਬਲਤੇਜ, ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਇੱਧਰ ਤਲਾਬ ਬਣਿਆ ਹੋਇਆ ਕਾਫੀ ਪੁਰਾਣਾ, ਵੀ ਇੱਕ ਤਰੀਕੇ ਦਾ ਸਵੀਮਿੰਗ ਪੂਲ, ਜਿਹੜਾ ਅੱਜ ਦੇ ਸਮੇਂ 'ਚ ਕਹਿੰਦੇ ਵੀ ਸਵੀਮਿੰਗ ਪੂਲ ਘਰਾਂ 'ਚ ਬਣਾਉਣੇ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ। ਅਤੇ ਉਸ ਵਕਤ ਘਰਾਂ ਦੇ ਵਿੱਚ ਤਲਾਬ ਬਣੇ ਹੋਏ ਸੀ, ਨਹਾਉਣ ਦਾ ਵਧੀਆ ਤਰੀਕੇ ਨਾਲ ਪੂਰਾ ਪ੍ਰਬੰਧ ਕੀਤਾ ਹੋਇਆ, ਭਾਵੇਂ ਪੀਣ ਦਾ ਪਾਣੀ ਫਿਰ ਇੱਕ ਤਰੀਕੇ ਕਿਸੇ ਲੱਗਦਾ ਨਹੀਂ ਕੋਈ ਕਿੱਲਤ ਹੋਏਗੀ ਇੱਥੇ। ਬਿਲਕੁਲ। ਅਤੇ ਜਿਵੇਂ ਆਪਾਂ ਪਿੱਛੇ ਆਪਣੀ ਬੇਰੀ ਵੀ ਦੇਖ ਸਕਦੇ ਹਾਂ ਕਿ ਉਹਦਾ ਜਿਹੜੇ ਨੂੰ ਥੜਾ ਬਣਾਇਆ ਹੋਇਆ ਆਲੇ ਦੁਆਲੇ, ਇੱਕ ਤਰੀਕੇ ਉਹ ਵੀ ਪੁਰਾਤਨ ਇੱਟਾਂ ਦਾ ਬਣਿਆ ਹੋਇਆ, ਇਹ ਵੀ ਲੱਗਦਾ ਉਦੋਂ ਦੀ ਹੀ ਹੋਊਗੀ, ਕਿਉਂਕਿ ਇੱਟਾਂ ਜਿਹੜੀਆਂ ਨੇ ਹਵੇਲੀ ਦੇ ਨਾਲ ਦੀਆਂ ਨੇ। ਅਤੇ ਜਿਵੇਂ ਹੁਣ SGPC ਨੇ ਤਾਂ ਕਿਹਾ ਵੀ ਇਹਨੂੰ ਆਪਾਂ ਸੰਭਾਲ ਕਰ ਰਹੇ ਹਾਂ ਇਹ ਇਮਾਰਤ ਦੀ, ਅਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਵੀ ਜਿਹੜੀ ਹਵੇਲੀ ਇੱਥੇ ਦੀਵਾਨ ਟੋਡਰਮੱਲ ਦੀ ਆ, ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਕੋਈ ਕਈ ਵਾਰ ਹੁੰਦਾ ਵੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ, ਕੋਈ ਇਤਿਹਾਸਕ ਸਾਂਝ ਪਾਉਣੋਂ ਰਹਿ ਜਾਂਦੀ ਹੈ, ਤਾਂ ਜ਼ਰੂਰ ਸਾਨੂੰ ਦੱਸੋ। ਇਸ ਤਰ੍ਹਾਂ ਜੀ, ਇਹ ਜਿਸ ਜਗ੍ਹਾ 'ਤੇ ਆਪਾਂ ਹੁਣ ਇੱਥੇ ਆਏ ਹਾਂ, ਇਹ ਦੀਵਾਨ ਟੋਡਰਮੱਲ ਦੀ ਆਪਣਾ ਰਿਹਾਇਸ਼ਗਾਹ ਸੀ ਕਿਸੇ ਟਾਈਮ, ਜਿਹੜੀ ਕਿ ਹੁਣ ਖੰਡਰਾਤ ਦਾ ਰੂਪ ਧਾਰਨ ਕਰ ਚੁੱਕੀ ਆ। ਜੀ। ਅਤੇ ਦੀਵਾਨ ਟੋਡਰਮੱਲ ਦਾ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਬੜਾ ਮਤਲਬ ਪਿਆਰ ਨਾਲ ਬੜਾ ਨਾਂ ਲਿਆ ਜਾਂਦਾ, ਕਿਉਂਕਿ ਸਾਨੂੰ ਸਭ ਨੂੰ ਪਤਾ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਜੀ, ਤਾਂ ਉਸ ਟਾਈਮ ਦੀਵਾਨ ਟੋਡਰਮੱਲ ਨੇ
ਮੋਹਰਾਂ ਖੜੀਆਂ ਕਰਕੇ ਜੀ ਤੇ ਉਹ ਜਗ੍ਹਾ ਲਈ ਸੀ ਚੌਧਰੀ ਅੱਤੇ ਤੋਂ ਲਈ ਸੀ, ਜਿਹਦੇ ਨਾਂ ਤੇ ਹੁਣ ਅੱਤੇ ਵਾਲੀ ਪਿੰਡ ਹੈ। ਤੇ ਇਹ ਉੱਥੇ ਮੈਂ ਆਪਣਾ ਉਹਨਾਂ ਦਾ ਨਾਂ ਬੜੇ ਰਿਸਪੈਕਟ ਨਾਲ ਤੇ ਬੜੇ ਅਸੀਂ ਮਾਣ ਨਾਲ ਲੈਂਦੇ ਹਾਂ। ਪਰ ਤੁਸੀਂ ਇੱਥੇ ਆ ਕੇ ਦੇਖਿਆ ਹੀ ਆ ਵੀ ਜਿਹੜੀ ਇਹ ਹਲੇ ਵੀ ਇਹਦੇ 'ਚ ਕੋਈ ਲੱਗਦਾ ਨਹੀਂ ਹੈਗਾ ਵੀ ਇਹਦੇ 'ਤੇ ਅਸੀਂ ਕੋਈ ਬੜਾ ਵੱਡਾ ਕੰਮ ਕਰ ਸਕੇ ਹਾਂ, ਕਿਉਂਕਿ ਕਾਫੀ ਚਿਰ ਹੋ ਗਿਆ। ਅਸੀਂ ਅੰਦਰ ਜਾ ਕੇ ਦੇਖਿਆ ਵੀ ਅੰਦਰ ਪੈਚ ਵਗੈਰਾ ਲੱਗੇ ਆ ਵੀ ਤਾਂ ਕਿ ਇਹ ਜਿਹੜੀ ਹੈਗੀ ਆ ਇਹ ਇਮਾਰਤ ਡਿੱਗ ਨਾ ਪਵੇ। ਇਸ ਕਰਕੇ ਇਹ ਜਿਹੜੀ ਹੈਗੀ ਆ ਹਵੇਲੀ ਆ ਜੀ, ਇਹ ਸਾਨੂੰ ਸਾਡੇ ਪੁਰਾਣੇ ਇਤਿਹਾਸ ਦੀ ਯਾਦ ਦਿਵਾਉਂਦੀ ਆ। ਸਾਨੂੰ ਜਿਹੜੇ ਸਾਡੇ ਇਤਿਹਾਸ ਦੇ ਮਹਾਨ ਪਾਤਰ ਆ ਉਹਨਾਂ ਬਾਰੇ ਸਾਨੂੰ ਉਹਨਾਂ ਦੀ ਯਾਦ ਸਾਨੂੰ ਦਿਵਾਉਂਦੀ ਹੈ ਜੀ। ਤੇ ਆਹ ਪਿੱਛੇ ਵਾਲਾ ਹਿੱਸਾ ਵੀ ਆਪਾਂ ਦੇਖ ਸਕਦੇ ਹਾਂ, ਕਿਉਂਕਿ ਮੂਹਰੇ ਵਾਲੇ ਜਿੱਥੋਂ ਆਪਾਂ ਹੁਣ ਦੇਖਿਆ ਉਹ ਕਾਫੀ ਉੱਚਾ ਹੈ ਉਹਦਾ, ਪਰ ਅਸਲ ਦੇ ਵਿੱਚ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਉਹਨਾਂ ਦੀ ਉਚਾਈ ਹੈ ਜਿਹੜੀ ਉਹਨਾਂ ਦੀ ਛੱਤ ਉਹ ਕਾਫੀ ਜ਼ਿਆਦਾ ਉੱਚੀ ਆ। ਤੇ ਹੁਣ ਜਿਹੜਾ ਪਿਛਲਾ ਹਿੱਸਾ ਸ਼ਾਇਦ ਇਹਦੀ ਖੁਦਾਈ ਹਜੇ ਕਰਨ ਤੋਂ ਰਹਿੰਦੀ ਹੈ, ਜਾਂ ਕੁਝ ਕੁ ਜਿਹੜੀ ਆ ਉਹ ਹਿੱਸਾ ਇਹਦੀ ਖੁਦਾਈ ਹੋ ਵੀ ਚੁੱਕੀ ਆ, ਕਿਉਂਕਿ ਉੱਤੋਂ ਵੀ ਆਪਾਂ ਦੇਖ ਸਕਦੇ ਕਾਫੀ ਜ਼ਿਆਦਾ ਵਧੀਆ ਬਣਾਇਆ ਹੋਇਆ। ਹਾਂਜੀ, ਤੇ ਆਹ ਦੇਖੋ ਆਪਾਂ ਦੇਖ ਸਕਦੇ ਕਿ SGPC ਇਹ ਕੰਮ ਤਾਂ ਹੁਣ ਥੱਲੋਂ ਦੇਖੋ ਇਹਨਾਂ ਨੇ ਕੀਤਾ ਹੋਇਆ ਸ਼ੁਰੂ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਇਹ ਨਾ ਜਿਹੜੇ ਹੈਗੇ ਆ ਤਰੇੜਾਂ ਕਾਫੀ ਸਾਰੀਆਂ ਇਸ ਇਮਾਰਤ ਨੂੰ ਤਰੇੜਾਂ ਆਈਆਂ ਸੀ। ਉਸ ਚੀਜ਼ ਨੂੰ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ, ਇਸ ਬਿਲਡਿੰਗ ਦਾ ਹੋਰ ਜ਼ਿਆਦਾ ਇਹਦਾ ਕੋਈ ਉਹ ਨਾ ਹੋਵੇ, ਡਿੱਗ ਨਾ ਪਵੇ। ਇਸ ਕਰਕੇ ਜਿਹੜੇ ਹੈਗੇ ਸ਼੍ਰੋਮਣੀ ਕਮੇਟੀ ਵੱਲੋਂ ਇਹਦੇ ਸੰਭਾਲ ਦੀ ਬੀੜਾ ਚੁੱਕਿਆ ਗਿਆ। ਪਰ ਫਿਰ ਵੀ ਉਹੀ ਗੱਲ ਆ ਜਾਂਦੀ ਹੈ, ਸਮਾਂ ਕਾਫੀ ਹੋ ਗਿਆ ਪਰ ਹਲੇ ਉਨਾ ਨਹੀਂ ਇਹਨੂੰ ਹੋਣੀ ਚਾਹੀਦੀ ਸੀ ਉਨੀ ਨਹੀਂ ਹੋ ਸਕੀ। ਆਲੇ ਬਣੇ ਹੋਏ ਨੇ ਜੀ ਅੰਦਰ ਸਮਾਨ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਪੁਰਾਣੇ ਘਰਾਂ ਵਾਲੀ ਜਿਵੇਂ ਇੱਕ ਮਹਿਸੂਸ ਕੀਤਾ ਜਾ ਸਕਦਾ ਉਹ ਚੀਜ਼ ਨੂੰ। ਤੇ ਇੱਧਰ ਸੋਹਲ ਸਾਹਿਬ ਇੱਕ ਜਿਹੜੀ ਮੈਂ ਥੱਲੇ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਇਹ ਹੁਣ ਜਗ੍ਹਾ ਥੱਲੇ ਖੁਦਾਈ ਹੋ ਕੇ ਥੱਲੇ ਵੀ ਇਹਦੇ ਕਮਰੇ ਹੋਣਗੇ ਅਸਲੀਅਤ ਦੇ ਵਿੱਚ ਜੀ। ਇਹ ਜਿਹੜੀ ਬਿਲਡਿੰਗ ਹੈ ਜੀ, ਇਹ ਬਿਲਡਿੰਗ ਸਮੁੰਦਰੀ ਜਹਾਜ਼ ਦੇ ਆਧਾਰਿਤ ਬਣੀ ਹੋਈ ਹੈ ਜੀ। ਹੋ ਸਕਦਾ ਹੈ ਇਹਦੇ ਥੱਲੇ ਹੀ ਇਹਦੇ ਪੂਰੇ ਰਿਹਾਇਸ਼ਗਾਹ ਹੋਵੇ, ਉੱਤੇ ਸਿਰਫ ਗਵੰਦ ਹੀ ਹੋਵੇ ਜਿਵੇਂ ਸਮੁੰਦਰੀ ਜਹਾਜ਼ ਦੇ ਹੁੰਦਾ। ਇਸੇ ਲਈ ਇਹਦਾ ਉਹ ਉੱਪਰਲੇ ਹੈਡ ਕਰਕੇ ਇਹਦਾ ਨਾਂ ਜਿਹੜਾ ਜਹਾਜ਼ੀ ਹਵੇਲੀ ਪਿਆ। ਇਹਨੂੰ ਟੋਡਰਮਲ ਦੀ ਹਵੇਲੀ ਨਹੀਂ, ਜਹਾਜ਼ੀ ਹਵੇਲੀ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਜੀ ਜੀ। ਤੇ ਪਹਿਲਾਂ ਜਦੋਂ ਅਸੀਂ ਕੋਈ ਗੱਲ ਕਰਦੇ ਸੀ ਤਾਂ ਇਹ ਕਰਕੇ ਟਾਲ ਦਿੱਤਾ ਜਾਂਦਾ ਸੀ ਵੀ ਇਹ ਕਿਸੇ ਉੱਥੇ ਸੂਬੇਦਾਰ ਦੀ ਹੋਊਗੀ ਵੀ ਢਹਿ ਜਾਣ ਦਿਓ, ਕਿਸੇ ਨੇ ਇਹਦੇ ਵੱਲ ਗੌਰ ਹੀ ਨਹੀਂ ਕੀਤਾ। ਤੇ ਜਦੋਂ ਇਹਦੀ ਥੋੜੀ ਜਿਹੀ ਜ਼ਮੀਨ ਨਿਕਲੀ ਹੈ ਨਾ ਅਸਲ ਦੇ ਵਿੱਚ, ਤਾਂ ਉਸ ਦਿਨ ਤੋਂ ਇਹ ਬੀੜਾ ਚੁੱਕਿਆ ਗਿਆ। ਅਸਲੀਅਤ ਤਾਂ ਇਹ ਹੈ ਕਿ ਸਾਡਾ ਜੇ ਹੁਣ ਕਹੀਏ ਤਾਂ ਸਾਡਾ ਇਤਿਹਾਸ ਨੂੰ ਸਾਂਭਣ ਦੇ ਵਿੱਚ ਨਾ ਅਸੀਂ ਕੌਲੀਆਂ ਜੀ, ਆਪਾਂ ਬਾਲੇ ਕੌਲੀਆਂ ਬਸ ਇਹ ਨਾਕਾਮ ਰਹੇ ਹਾਂ, ਸਾਡੀਆਂ ਨਾਕਾਮ ਰਹੇ ਹਾਂ। ਵਰਨਾ ਸਿੱਖ ਇਤਿਹਾਸ ਦੇ ਵਿੱਚ ਜਾਂ ਸਾਡੇ ਪੁਰਾਤਨ ਖੰਡਰਾਤ ਇੰਨੇ ਪਏ ਨੇ ਵੀ ਜਿੰਨਾ ਮਰਜ਼ੀ ਜੋ ਮਰਜ਼ੀ ਕਮਾਈ ਜਾਣ, ਜੋ ਮਰਜ਼ੀ ਲੈ ਸਕਦੇ ਸੀ ਜੀ। ਤੇ ਅਸੀਂ ਆਪਣੇ ਕੁਛ ਇੱਥੇ ਕੱਢਣ ਨੂੰ, ਪਾਉਣ ਨੂੰ, ਦੇਖਣ ਨੂੰ। ਹਾਂਜੀ ਹਾਂਜੀ, ਤੇ ਲੋਕਾਂ ਨੂੰ, ਬੱਚਿਆਂ ਨੂੰ ਜਾਗਰਤ ਕਰਨ ਵਾਸਤੇ ਜਦੋਂ ਅਸੀਂ ਇਹ ਚੀਜ਼ਾਂ ਨਹੀਂ ਸੰਭਾਲੀਆਂ ਤਾਂ ਬੱਚਿਆਂ ਨੂੰ ਜਾਗਰਤ ਕਿੱਥੋਂ ਕਰਾਂਗੇ? ਅਸੀਂ ਆਪਣੇ ਜਿਹੜੀ ਵਿਰਾਸਤ ਨੂੰ ਸਾਂਭ ਹੀ ਨਹੀਂ ਸਕੇ। ਸਾਡੀ ਕੌਮ ਦੀ ਤਰਾਸਦੀ ਇਹ ਹੈਗੀ ਆ ਬਹੁਤ ਵੱਡੀ ਵੀ ਅਸੀਂ ਸਾਡਾ ਕੋਈ ਇਤਿਹਾਸ ਕੋਈ ਬਾਹਲਾ ਪੁਰਾਣਾ ਨਹੀਂ ਹੈਗਾ। 500 ਸਾਲਾ ਸਾਡਾ ਪੁਰਾਣਾ ਇਤਿਹਾਸ ਹੈ। ਅਸੀਂ ਜਿਹੜੀਆਂ ਸਾਡੀਆਂ ਜਿਹੜੀਆਂ ਯਾਦਗਾਰਾਂ ਸੀਗੀਆਂ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ, ਸਿੱਖ ਪਰਸਨੈਲਿਟੀਆਂ ਜਿਹੜੀਆਂ ਸਿੱਖ ਸ਼ਖਸੀਅਤਾਂ ਸੀਗੀਆਂ, ਉਹਨਾਂ ਨਾਲ ਸੰਬੰਧਿਤ ਜਿੰਨੀਆਂ ਵੀ ਸਾਨੂੰ ਯਾਦਗਾਰਾਂ ਸੀਗੀਆਂ ਉਹ ਅਸੀਂ ਸੰਭਾਲ ਹੀ ਨਹੀਂ ਸਕੇ। ਅਸੀਂ ਸੰਭਾਲ ਨਹੀਂ ਸਕੇ ਇਹਨਾਂ ਨੂੰ। ਇਹ ਸਾਡੇ ਕੌਮ ਦੀ ਬਹੁਤ ਵੱਡੀ ਤਰਾਸਦੀ ਹੈ ਜੀ। ਤੇ ਆਹ ਆਪਾਂ ਦੇਖ ਸਕਦੇ ਤਸਵੀਰਾਂ, ਕਿਉਂਕਿ ਕਿਸੇ ਵੀ ਜਦੋਂ ਨਾ ਪੁਰਾਣੀਆਂ ਇਮਾਰਤਾਂ ਦੇਖਦੇ ਹਾਂ ਤਾਂ ਇੱਕ ਤਰੀਕੇ ਦੇ ਅੰਦਰ ਕਲਪਨਾ ਜੀ ਦੀ ਉਡਾਰੀ ਇੱਕ ਅੰਦਰ ਹੋ ਰਿਹਾ ਤਾਂ ਮਹਿਸੂਸ ਹੁੰਦਾ ਵੀ ਪਤਾ ਨਹੀਂ ਕੀ ਕਿਹੋ ਜਿਹਾ ਹੋਊਗਾ, ਰੇ ਕਿਵੇਂ ਦੇ ਹਾਲਾਤ ਹੋਣਗੇ, ਕਿਵੇਂ ਉਹ ਵਕਤ। ਕਿਉਂਕਿ ਹਿੰਦੁਸਤਾਨ ਦੀ ਜੇਕਰ ਪੁਰਾਤਨ ਸੱਭਿਅਤਾ ਦੀ ਗੱਲ ਕਰੀ ਤਾਂ ਕਿੰਨੇ ਖੰਡਰ ਮਿਲਦੇ ਨੇ। ਸੰਗੋਲ ਦੀ ਸੱਭਿਅਤਾ ਹਜੇ ਵੀ ਖੋਲ ਖਦਾਈ ਚੱਲ ਰਹੀ ਹੈ, ਪਰ ਇਹਨੂੰ ਤਾਂ ਕੋਈ ਬਹੁਤਾ ਜਿਵੇਂ ਕਹਿ ਦਈਏ ਵਾਕਫਾ ਹੋਇਆ ਨਹੀਂ। ਤੇ ਜਿਵੇਂ ਆਹ ਜਗ੍ਹਾਵਾਂ ਬਣੀਆਂ ਹੋਈਆਂ ਨੇ ਤਾਂ ਲੱਗਦਾ ਵੀ ਥੱਲੇ ਜਿਵੇਂ ਪੌੜੀਆਂ ਜਾ ਰਹੀਆਂ ਹੋਣਗੀਆਂ ਅੰਦਰ ਨੂੰ, ਵੀ ਨੀਵੇਂ ਜਾਣ ਨੂੰ, ਜਿਵੇਂ ਜਹਾਜ਼ ਜਿਵੇਂ ਜ਼ਿਕਰ ਕੀਤਾ ਕਿ ਜਹਾਜ਼ੀ ਹਵੇਲੀ ਦਾ ਨਾਂ ਤਾਂ ਦਿੱਤਾ ਜਾਂਦਾ। ਤੇ ਵੀ ਅੰਦਰ ਜੇ ਖੁਦਾਈ ਹੋਵੇ ਤਾਂ ਸ਼ਾਇਦ ਥੱਲੋਂ ਵੀ ਕਾਫੀ ਕੁਝ ਹੋਰ ਪਤਾ ਲੱਗੇ। ਇੱਕ ਹੋਰ ਜਿਹੜੀ ਕਰਿਓਸਿਟੀ ਇੱਕ ਤਰੀਕੇ ਦੀ ਹੋਰ ਵੱਧ ਜਾਂਦੀ ਹੈ ਜਦੋਂ ਦੇਖਦੇ ਹਾਂ ਕਿ ਹੁਣ ਦੇਖੋ ਥੱਲੇ ਜ਼ਮੀਨ 'ਤੇ ਤਾਂ ਕੋਈ ਛੱਡ ਨਾ ਰਹੇ। ਯਾਨੀ ਇੱਕ ਤਰੀਕੇ ਦੇ ਨਾਲ ਇਹਦੀ ਪੂਰੀ ਜਿਹੜੀ ਪਰਿਕਰਮਾ ਜਿਹੜੀ ਆਪਾਂ ਕੀਤੀ ਆ, ਇਹ ਸਾਈਡ ਤੋਂ ਵਧੀਆ ਤਰੀਕੇ ਨਾਲ ਇਹਦੀ ਖੁਦਾਈ ਹੋਰ ਹੋਣ ਦੀ ਜ਼ਰੂਰਤ ਹੈ। ਕਿਉਂਕਿ ਜੋ ਸਾਹਮਣੇ ਜੋ ਇਹਦਾ ਫਰੰਟ ਦਿਖ ਰਿਹਾ ਲੱਗਦਾ ਉਹਦੀ ਡੂੰਘਾਈ ਦੋਹਾਂ ਦੀ ਇੱਕੋ ਜਿਹੀ ਹੋਊਗੀ। ਕਿਉਂਕਿ ਦੂਜੇ ਪਾਸੇ ਆਪਾਂ ਦੇਖ ਸਕਦੇ ਹਾਂ ਕਿ ਇਹਨਾਂ ਨੇ ਖੂਹ ਬਣਾਤਾ ਹੈ, ਵੈਸੇ ਹੁਣ ਬਣਾਇਆ ਗਿਆ ਤਾਂ ਜੋ ਜਿਹੜੀ ਸਾਹਮਣੇ ਜਗ੍ਹਾ ਹੈ ਇਹਦੇ ਵਿੱਚ ਪਾਣੀ ਨਾ ਭਰ ਸਕੇ। ਤੇ ਇਹਦਾ ਪਾਣੀ ਹੈ ਜਿਹੜਾ ਖੂਹ ਦੇ ਵਿੱਚ ਚਲਾ ਜਾਂਦਾ, ਕਿਉਂਕਿ ਬਰਸਾਤਾਂ ਕਰਕੇ ਜਿਵੇਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਹੋਇਆ।
ਤੇ ਹੋਪਸ ਹੋ ਕਿ ਜਲਦੀ ਜਿਹੜੀ ਇਹ ਇਮਾਰਤ ਹੈ ਇਹਨੂੰ ਜਿਹੋ ਜੀ ਪਹਿਲਾਂ ਦਿੱਖ ਹੈਗੀ ਆ ਅਸਲ ਰੂਪ ਦੇ ਵਿੱਚ ਤਾਂ ਇਹ ਸ਼ਾਇਦ ਹੁਣ ਚਲੋ ਨਹੀਂ ਆ ਸਕਦੀ, ਪਰ ਜਿੰਨਾ ਇਹਨੂੰ ਸੰਭਾਲਿਆ ਜਾ ਸਕਦਾ ਹੈ ਤਾਂ ਆਪਣੀ ਕੌਮ ਦੀ ਵਿਰਾਸਤ ਹੈ। ਖਾਸ ਤੌਰ ਤੇ ਐਡੀ ਕੁਰਬਾਨੀ ਜਿਹੜੀ ਇੱਕ ਪਰਿਵਾਰ ਵੱਲੋਂ ਕੀਤੀ ਗਈ ਹੈ ਤੇ ਕਿਤੇ ਨਾ ਕਿਤੇ ਜਿਹੜੀ ਸਾਡੀ ਸਿੱਖ ਕੌਮ ਆ ਇਹਨੂੰ ਸੰਭਾਲਣ ਦੇ ਵਿੱਚ ਨਾਕਾਮਯਾਬ ਰਹੀ ਹੈ। ਬਿਲਕੁਲ ਜੀ। ਸੋ ਬਲਤੇਜ ਜੀ ਤੇ ਸੋਹਲ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਰਾ ਸਾਡੇ ਨਾਲ ਸਾਂਝ ਪਾਉਣ ਦੇ ਲਈ। ਤੇ ਹੋਰ ਵੀ ਕਾਫੀ ਇਤਿਹਾਸਿਕ ਥਾਵਾਂ ਨੇ ਜਿਹੜੀਆਂ ਇੱਥੇ ਉੱਧਰ ਵੀ ਆਪਾਂ ਚੱਲਦੇ ਹਾਂ। ਫਿਲਹਾਲ ਸਮਾਂ ਵੀ ਦੇਖਣਾ ਹੁੰਦਾ ਕਿ ਇਹਨੂੰ ਸਾਨੂੰ ਹੁੰਦਾ ਵੀ ਹਰ ਇੱਕ ਚੀਜ਼ ਨੂੰ ਵਧੀਆ ਤਰੀਕੇ ਦੇ ਨਾਲ ਜੋ ਉਸ ਨਾਲ ਜੁੜੀ ਹੋਈ ਤਵਾਰੀਖ ਆ, ਇਤਿਹਾਸ ਆ, ਉਹਨੂੰ ਆਪਾਂ ਲਿਆ ਸਕੀਏ। ਕਿਉਂਕਿ ਕਈ ਵਾਰ ਹੁੰਦਾ ਕੁਝ ਖਾਸ ਗੱਲਾਂ ਹੀ ਜਿਹੜੀਆਂ ਲੋਕਾਂ ਨੂੰ ਪਤਾ ਹੁੰਦੀਆਂ ਨੇ ਵੀ ਹਾਂ ਬਸ ਜੀ ਇੱਥੇ ਹਵੇਲੀ ਬਣੀ ਹੋਈ ਹੈ ਜਾਂ ਉਹਦਾ ਅਸਲ ਇਤਿਹਾਸ ਕੀ ਆ, ਉਹਦੇ ਨਾਲ ਕੋਈ ਇੱਕ ਤੰਦ ਨਹੀਂ ਜੁੜੀ ਹੁੰਦੀ। ਤੰਦਾਂ ਦੇ ਨਾਲ ਅੱਗੇ ਬਹੁਤ ਤੰਦਾਂ ਜੁੜੀਆਂ ਹੁੰਦੀਆਂ ਨੇ ਵੀ ਉਹਨਾਂ ਨੂੰ ਵੀ ਪੇਸ਼ ਕੀਤਾ ਜਾ ਸਕੇ ਤਾਂ ਜੋ ਆਪਾਂ ਹਰ ਇੱਕ ਇਤਿਹਾਸ ਦੇ ਪਹਿਲੂ ਤੋਂ ਜਾਣੂ ਹੋ ਸਕੀਏ। ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਤੇ ਹੋਰ ਵੀ ਜਿਹੜੀ ਇਤਿਹਾਸਕ ਥਾਵਾਂ ਨੇ ਉਹਨਾਂ ਦਾ ਵੀ ਆਪਾਂ ਜ਼ਿਕਰ ਕਰਦੇ ਹਾਂ ਜੀ।